नमस्कार। खबरां ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਤਰਨਜੀਤ ਕੌਰ। ਪਹਿਲਾਂ ਪੇਸ਼ ਨੇ ਜੁੜਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਲੀ ਵਿੱਚ ਭਾਰਤੀ ਭਾਈਚਾਰੇ ਨੂੰ ਕੀਤਾ ਸੰਬੋਧਨ। ਇੰਡੋਨੇਸ਼ੀਆ ਤੇ ਭਾਰਤ ਦੀ ਮਿੱਤਰਤਾ ਨੂੰ ਦੱਸਿਆ ਅਹਿਮ। ਭਾਰਤ ਵੱਲੋਂ ਆਲਮੀ ਪੱਧਰ ਤੇ ਕੀਤੀਆਂ ਜਾ ਰਹੀਆਂ ਪ੍ਰਾਪਤੀਆਂ ਦਾ ਕੀਤਾ ਜ਼ਿਕਰ। ਬਾਲੀ ਵਿੱਚ G20 ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕਰੇਨ ਸੰਕਟ ਨਾਲ ਨਜਿੱਠਣ ਲਈ ਸੰਘਰਸ਼ ਵਿਰਾਮ ਅਤੇ ਕੂਟਨੀਤੀ ਦੇ ਰਾਹ ਤੇ ਚੱਲਣ ਦਾ ਦਿੱਤਾ ਸੱਦਾ। ਅੱਜ ਦੁਨੀਆ ਦੀ ਆਬਾਦੀ 8 ਅਰਬ ਤੇ ਪੁੱਜੀ। ਸੰਯੁਕਤ ਰਾਸ਼ਟਰ ਦੇ ਜਨਸੰਖਿਆ ਨਿਦੇਸ਼ਕ ਜੋਹਨ ਵਿਲਮਥ ਅਨੁਸਾਰ ਇਹ ਵਾਧਾ ਮਨੁੱਖੀ ਸਫਲਤਾ ਦਾ ਸੰਕੇਤ ਪਰ ਭਵਿੱਖ ਲਈ ਵੱਡਾ ਖਤਰਾ। ਤੇ MC ਮੈਰੀ ਕਾਮ, PV ਸਿੰਧੂ, ਮੀਰਾਬਾਈ ਚਾਨੂ ਅਤੇ ਗਗਨ ਨਾਰੰਗ ਦੀ ਭਾਰਤੀ ਓਲੰਪਿਕ ਸੰਘ ਦੇ ਐਥਲੀਟ ਕਮਿਸ਼ਨ ਦੇ ਮੈਂਬਰਾਂ ਵਜੋਂ ਚੋਣ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ G20 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਇੰਡੋਨੇਸ਼ੀਆ ਦੇ ਦੌਰੇ ਤੇ ਨੇ। ਇਸ ਦੌਰਾਨ ਅੱਜ ਉਨ੍ਹਾਂ ਨੇ ਬਾਲੀ ਵਿੱਚ ਭਾਰਤੀ ਭਾਈਚਾਰੇ ਵੱਲੋਂ ਉਨ੍ਹਾਂ ਦੇ ਸਵਾਗਤ ਵਿੱਚ ਕੀਤੇ ਗਏ ਇੱਕ ਸਮਾਗਮ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਬਾਲੀ ਆਉਣ ਤੇ ਹਰੇਕ ਹਿੰਦੁਸਤਾਨੀ ਨੂੰ ਇੱਕ ਵੱਖਰਾ ਅਹਿਸਾਸ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਇੰਡੋਨੇਸ਼ੀਆ ਦਾ ਰਿਸ਼ਤਾ ਸਮੁੰਦਰ ਦੀਆਂ ਲਹਿਰਾਂ ਵਾਂਗ ਉਮੰਗ ਨਾਲ ਭਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਇੱਕ ਦੂਜੇ ਨਾਲ ਮੋਢਾ ਮਿਲਾ ਕੇ ਕੰਮ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਇੰਡੋਨੇਸ਼ੀਆ ਦੇ ਵਿਕਾਸ ਅਤੇ ਖੁਸ਼ਹਾਲੀ ਵਿੱਚ ਭਾਰਤੀ ਭਾਈਚਾਰੇ ਦੀ ਅਹਿਮ ਭੂਮਿਕਾ ਹੈ। आज एक ये समय है जब भारत और इंडोनेशिया 21वीं सदी में विकास के लिए एक दूसरे के साथ कंधे से कंधा मिलाकर काम कर रहे हैं। इंडोनेशिया की जमीन ने भारत से आए हुए लोगों को प्यार से एक्सेप्ट किया, उन्हें अपने समाज में सम्मिलित किया। इसी वजह से आज आप सभी इंडोनेशिया के विकास और समृद्धि में अपना योगदान दे रहे हैं। ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਵੱਲੋਂ ਆਲਮੀ ਪੱਧਰ ਤੇ ਕੀਤੀਆਂ ਜਾ ਰਹੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅੱਜ ਵਿਸ਼ਵ ਦੀਆਂ ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਦੇ CEO ਭਾਰਤੀ ਮੂਲ ਦੇ ਨੇ। ਉਨ੍ਹਾਂ ਕਿਹਾ ਕਿ ਅੱਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ ਵਿਕਸਿਤ ਹੋਣ ਵਾਲੀ ਅਰਥ ਵਿਵਸਥਾ ਹੈ ਅਤੇ ਡਿਜੀਟਲ ਲੈਣ ਦੇਣ ਵਿੱਚ ਵੀ ਭਾਰਤ ਪਹਿਲੇ ਨੰਬਰ ਤੇ ਹੈ। भारत का टैलेंट, भारत की टेक्नोलॉजी, भारत का इनोवेशन, भारत की इंडस्ट्री, आज इन सारी बातों ने दुनिया में अपनी एक पहचान बनाई है। आज विश्व की अनगिनत कंपनियां ऐसी हैं, कई बड़ी कंपनी ऐसी हैं जिसके CEO भारतीय मूल के हैं। आज दुनिया में जितने यूनिकॉर्न बनते हैं ना, 10 में से 1 यूनिकॉर्न भारत का होता है। आज भारत दुनिया की फास्टेस्ट ग्रोइंग लार्ज इकोनॉमी है। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦੁਨੀਆ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਭਾਰਤ ਆਪਣੀ ਵਿਰਾਸਤ ਤੇ ਮਾਣ ਕਰਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਵਿੱਚ ਭਾਰਤ ਨੇ ਦਵਾਈਆਂ ਤੋਂ ਲੈ ਕੇ ਵੈਕਸੀਨ ਤੱਕ ਅਤੇ ਕਈ ਹੋਰ ਉਤਪਾਦਾਂ ਲਈ ਆਤਮ ਨਿਰਭਰਤਾ ਹਾਸਲ ਕੀਤੀ ਤੇ ਉਸ ਦਾ ਲਾਭ ਸਮੁੱਚੀ ਦੁਨੀਆ ਨੂੰ ਮਿਲਿਆ। आज अपने विकास के लिए भारत जब अमृत काल का रोडमैप तैयार करता है तो उसमें दुनिया की आर्थिक राजनीतिक आकांक्षाओं का भी समावेश है। आज जब भारत आत्मनिर्भर भारत का विजन सामने रखता है तो उसमें ग्लोबल गुड की भावना भी समाहित है। रिन्यूएबल एनर्जी के क्षेत्र में भारत ने वन सन, वन वर्ल्ड,
वन ग्रिड का मंत्र दिया है। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਵਨ ਸਨ ਵਨ ਵਰਲਡ ਵਨ ਗ੍ਰਿਡ ਦਾ ਮੰਤਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਭਾਰਤ ਨੇ ਮਿਸ਼ਨ ਲਾਈਫ ਦਾ ਹੱਲ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਪੁਲਾੜ ਦੇ ਖੇਤਰ ਵਿੱਚ ਪ੍ਰਮੁੱਖ ਆਲਮੀ ਮਹਾਸ਼ਕਤੀ ਦੇ ਰੂਪ ਵਿੱਚ ਉੱਭਰ ਰਿਹਾ ਹੈ, ਜਿਸ ਦਾ ਲਾਭ ਦੱਖਣ ਏਸ਼ੀਆਈ ਦੇਸ਼ਾਂ ਨੂੰ ਵਿਸ਼ੇਸ਼ ਤੌਰ ਤੇ ਮਿਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇੰਡੋਨੇਸ਼ੀਆ ਵਿੱਚ ਵਸਦੇ ਭਾਰਤੀ ਭਾਈਚਾਰੇ ਨੂੰ ਪ੍ਰਵਾਸੀ ਭਾਰਤੀ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। G20 ਦੇ ਬਾਲੀ ਸਿਖਰ ਸੰਮੇਲਨ ਦੇ ਉਦਘਾਟਨੀ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋ ਸਮੇਤ ਕਈ ਹੋਰ ਦੇਸ਼ਾਂ ਦੇ ਰਾਸ਼ਟਰਪਤੀਆਂ ਨਾਲ ਮੁਲਾਕਾਤ ਕੀਤੀ। ਇੰਡੋਨੇਸ਼ੀਆ ਦੀ ਪ੍ਰਧਾਨਗੀ ਹੇਠ ਹੋ ਰਿਹਾ ਬਾਲੀ ਸਿਖਰ ਸੰਮੇਲਨ ਦੁਨੀਆ ਦੀ ਮੌਜੂਦਾ ਸਥਿਤੀ ਨੂੰ ਦੇਖਦਿਆਂ ਕਾਫੀ ਅਹਿਮ ਹੋ ਜਾਂਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਪਹਿਲੇ ਸੈਸ਼ਨ ਦੌਰਾਨ ਖੁਰਾਕ ਪੂਰਤੀ ਲੜੀ ਦੀ ਨਿਰੰਤਰਤਾ ਬਣਾਏ ਰੱਖਣ, ਖਾਦਾਂ ਤੇ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਆਸਾਨ ਵਿੱਤ ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇੰਡੋਨੇਸ਼ੀਆ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਕੋਵਿਡ-19 ਦੀ ਚੁਣੌਤੀ ਤੋਂ ਉਭਰਨ ਤੋਂ ਬਾਅਦ ਯੂਕਰੇਨ ਰੂਸ ਜੰਗ ਕਾਰਨ ਉਭਰੀ ਖੁਰਾਕ ਪੂਰਤੀ ਲੜੀ ਸੰਕਟ ਦੇ ਹੱਲ ਅਤੇ ਊਰਜਾ ਸੁਰੱਖਿਆ ਤੇ ਵਿਸ਼ੇਸ਼ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਯੂਕਰੇਨ ਸੰਕਟ ਦੇ ਹੱਲ ਲਈ ਸੰਘਰਸ਼ ਵਿਰਾਮ ਅਤੇ ਕੂਟਨੀਤਿਕ ਰਾਹ ਅਪਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਵਿਸ਼ਵ ਵਿੱਚ ਸ਼ਾਂਤੀ, ਸਦਭਾਵਨਾ ਤੇ ਸੁਰੱਖਿਆ ਯਕੀਨੀ ਕਰਨ ਲਈ ਠੋਸ ਅਤੇ ਸਮੂਹਿਕ ਵਚਨਬੱਧਤਾ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕੋਵਿਡ ਦੌਰਾਨ ਭਾਰਤ ਨੇ ਆਪਣੇ 1.3 ਬਿਲੀਅਨ ਨਾਗਰਿਕਾਂ ਦੀ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਇਆ ਅਤੇ ਲੋੜਵੰਦ ਦੇਸ਼ਾਂ ਦੀ ਵੀ ਖੁਰਾਕ ਲੋੜ ਨੂੰ ਪੂਰਾ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਖਾਦਾਂ ਦੀ ਮੌਜੂਦਾ ਕਿੱਲਤ ਦੁਨੀਆ ਦਾ ਇੱਕ ਵੱਡਾ ਸੰਕਟ ਹੈ। ਉਨ੍ਹਾਂ ਕਿਹਾ ਕਿ ਊਰਜਾ ਸੁਰੱਖਿਆ ਆਲਮੀ ਵਿਕਾਸ ਲਈ ਅਹਿਮ ਹੈ, ਇਸ ਲਈ ਭਾਰਤ ਊਰਜਾ ਪੂਰਤੀ ਤੇ ਕਿਸੇ ਵੀ ਤਰ੍ਹਾਂ ਦੀ ਪਾਬੰਦੀ ਦੇ ਖਿਲਾਫ ਹੈ। ਉਨ੍ਹਾਂ ਕਿਹਾ ਕਿ ਵਿਕਾਸਸ਼ੀਲ ਦੇਸ਼ਾਂ ਨੂੰ ਸਮਾਂਬੱਧ ਅਤੇ ਕਿਫਾਇਤੀ ਪੂੰਜੀਕਾਰੀ ਅਤੇ ਤਕਨਾਲੋਜੀ ਦੀ ਟਿਕਾਊ ਪੂਰਤੀ ਬਹੁਤ ਜ਼ਰੂਰੀ ਹੈ। ਸਾਤ ਬੜੇ ਸਸ਼ਕਤ ਬਣੇ ਦੇ ਮੰਤਰ ਤੇ ਬਾਲੀ ਸਿਖਰ ਸੰਮੇਲਨ ਦੁਨੀਆ ਦੇ ਲਈ ਟਿਕਾਊ ਵਿਕਾਸ ਨੂੰ ਬਣਾਏ ਰੱਖਣ ਲਈ ਚੱਲ ਰਿਹਾ ਹੈ। ਇਸ ਦੌਰਾਨ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਮੇਲਨ ਵਿੱਚ ਸਵਾਗਤ ਕੀਤਾ। ਅਗਲੇ ਮਹੀਨੇ ਤੋਂ ਭਾਰਤ ਦੀ ਪ੍ਰਧਾਨਗੀ ਹੇਠ G20 ਦੀਆਂ ਬੈਠਕਾਂ ਹੋਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ G20 ਸਿਖਰ ਸੰਮੇਲਨ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਨੇਤਾਵਾਂ ਵਿਚਾਲੇ ਭਾਰਤ ਅਮਰੀਕਾ ਰਣਨੀਤਿਕ ਸਾਂਝੇਦਾਰੀ ਮਜ਼ਬੂਤ ਕਰਨ ਤੇ ਵਿਆਪਕ ਚਰਚਾ ਕੀਤੀ ਗਈ। ਅਮਰੀਕਾ ਨੇ ਕੁਆਡ, ITU2 ਵਰਗੇ ਸੰਗਠਨਾਂ ਵਿੱਚ ਭਾਰਤੀ ਸਹਿਯੋਗ ਦੀ ਸ਼ਲਾਘਾ ਕੀਤੀ। ਸੂਚਨਾ ਅਤੇ ਪ੍ਰਸਾਰਣ ਸਕੱਤਰ ਅਪੂਰਵ ਚੰਦਰ ਆਬੂਧਾਬੀ ਦੇ ਦੌਰੇ ਤੇ ਨੇ, ਜਿੱਥੇ ਭਵਿੱਖ ਦੇ ਮੀਡੀਆ ਨਿਵੇਸ਼ ਤੇ ਮੰਤਰੀ ਪੱਧਰੀ ਸੈਸ਼ਨ ਵਿੱਚ ਉਹਨਾਂ ਹਿੱਸਾ ਲਿਆ। ਇਸ ਸਮਾਗਮ ਵਿੱਚ 50 ਤੋਂ ਵੱਧ ਦੇਸ਼ਾਂ ਦੇ ਨੁਮਾਇੰਦੇ ਹਿੱਸਾ ਲੈ ਰਹੇ ਨੇ। ਇਸ ਮੌਕੇ ਤੇ ਉਹਨਾਂ ਨੇ ਭਾਰਤ ਵਿੱਚ ਅੱਜ ਦੇ ਮੀਡੀਆ ਖੇਤਰ ਵਿੱਚ ਚੁਣੌਤੀਆਂ ਤੇ ਮੌਕਿਆਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਅਤੇ AI ਆਧਾਰਿਤ ਡਿਜੀਟਲ ਪਲੇਟਫਾਰਮ ਤੇ ਗਲਤ ਸੂਚਨਾਵਾਂ, ਫਰਜ਼ੀ ਖਬਰਾਂ, ਨਵੇਂ ਮੀਡੀਆ ਟੂਲਸ ਦੀ ਦੁਰਵਰਤੋਂ ਨੂੰ ਰੋਕਣ ਲਈ ਭਾਰਤ ਵੱਲੋਂ ਕੀਤੇ ਜਾ ਰਹੇ ਯਤਨਾਂ ਤੇ ਰੋਸ਼ਨੀ ਪਾਈ। ਅਪੂਰਵ ਚੰਦਰ ਨੇ ਗੇਮਿੰਗ, OTT ਪਲੇਟਫਾਰਮ ਵਰਗੇ ਖੇਤਰਾਂ ਵਿੱਚ ਵਧ ਰਹੇ ਮੌਕਿਆਂ ਦਾ ਵੀ ਜ਼ਿਕਰ ਕੀਤਾ। ਇਸ ਤੋਂ ਪਹਿਲਾਂ WAM ਵੱਲੋਂ ਆਯੋਜਿਤ ਪਹਿਲੀ ਗਲੋਬਲ ਮੀਡੀਆ ਕਾਂਗਰਸ ਦੇ ਉਦਘਾਟਨੀ ਸਮਾਗਮ ਵਿੱਚ ਵੀ ਹਿੱਸਾ ਲਿਆ। ਅੱਜ ਦੁਨੀਆ ਦੀ ਆਬਾਦੀ 8 ਅਰਬ ਹੋ ਗਈ ਹੈ। ਸੰਯੁਕਤ ਰਾਸ਼ਟਰ ਦੇ ਜਨਸੰਖਿਆ ਵਿਭਾਗ ਦੇ ਨਿਦੇਸ਼ਕ ਜੌਨ ਵਿਲਮਟ ਨੇ ਕਿਹਾ ਕਿ ਆਬਾਦੀ 8 ਅਰਬ ਤੱਕ ਪਹੁੰਚਣਾ ਮਨੁੱਖੀ ਸਫਲਤਾ ਦਾ ਸੰਕੇਤ ਹੈ, ਪਰ ਇਹ ਸਾਡੀ ਭਵਿੱਖ ਲਈ ਬਹੁਤ ਵੱਡਾ ਖਤਰਾ ਵੀ ਹੈ। ਵਰਲਡ ਪੋਪੂਲੇਸ਼ਨ ਪ੍ਰੋਸਪੈਕਟ ਰਿਪੋਰਟ 2022 ਮੁਤਾਬਿਕ ਭਾਰਤ ਦੇ ਸਾਲ 2023 ਦੌਰਾਨ ਆਬਾਦੀ ਦੇ ਮਾਮਲੇ ਵਿੱਚ ਚੀਨ ਨੂੰ ਪਛਾੜ ਕੇ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣਨ ਦੀ ਸੰਭਾਵਨਾ ਹੈ। ਸਾਲਾਨਾ ਵਰਲਡ ਪੋਪੂਲੇਸ਼ਨ ਪ੍ਰੋਸਪੈਕਟ ਰਿਪੋਰਟ ਕੱਲ੍ਹ ਜਾਰੀ ਕੀਤੀ ਗਈ। ਰਿਪੋਰਟ ਵਿੱਚ ਕਿਹਾ ਗਿਆ ਕਿ ਵਿਸ਼ਵ ਦੀ ਆਬਾਦੀ 1950 ਤੋਂ ਬਾਅਦ ਸਭ ਤੋਂ ਘੱਟ ਦਰ ਨਾਲ ਵਧ ਰਹੀ ਹੈ। ਸਾਲ 2020 ਵਿੱਚ ਦੁਨੀਆ ਦੀ ਆਬਾਦੀ ਦੀ ਵਿਕਾਸ ਦਰ 1% ਤੋਂ ਵੀ ਘੱਟ ਸੀ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਮਨੁੱਖ ਦੀ ਉਮਰ ਲੰਮੀ ਹੋਣ ਅਤੇ ਏਸ਼ੀਆ ਤੇ ਉਪ ਸਹਾਰਾ ਅਫਰੀਕਾ ਦੇ ਕੁਝ ਦੇਸ਼ਾਂ 'ਚ ਤੇਜ਼ੀ ਨਾਲ ਵਾਧੇ ਦੇ ਕਾਰਨ ਆਬਾਦੀ ਵਧੀ ਹੈ। ਸੰਯੁਕਤ ਰਾਸ਼ਟਰ ਦੇ ਤਾਜ਼ਾ ਅਨੁਮਾਨਾਂ ਅਨੁਸਾਰ ਸਾਲ 2030 ਵਿੱਚ ਦੁਨੀਆ ਦੀ ਆਬਾਦੀ 8 ਅਰਬ 50 ਕਰੋੜ, 2050 ਵਿੱਚ 9 ਅਰਬ 70 ਕਰੋੜ ਤੇ ਸਾਲ 2100 ਵਿੱਚ 10 ਅਰਬ 40 ਕਰੋੜ ਹੋ ਜਾਵੇਗੀ। ਭਾਰਤ ਪਾਕਿਸਤਾਨ ਸਰਹੱਦ ਨਾਲ ਲੱਗਦੇ ਬਮਿਆਲ ਸੈਕਟਰ ਵਿੱਚ BSF ਜਵਾਨਾਂ ਵੱਲੋਂ ਸਰਹੱਦੀ ਚੌਂਕੀ ਨੇੜੇ NTP ਖੇਤਰ ਵਿੱਚ ਪਾਕਿਸਤਾਨੀ ਡਰੋਨ ਦੀ ਹਰਕਤ ਦੇਖੀ ਗਈ, ਜਿਸ ਤੇ ਤੁਰੰਤ ਕਾਰਵਾਈ ਕਰਦਿਆਂ BSF ਦੇ ਜਵਾਨਾਂ ਵੱਲੋਂ ਫਾਇਰ ਕੀਤੇ ਗਏ। ਜਵਾਨਾਂ ਦੀ ਮੁਸਤੈਦੀ ਕਾਰਨ ਪਾਕਿਸਤਾਨੀ ਡਰੋਨ ਵਾਪਸ ਸਰਹੱਦ ਵੱਲ ਨੂੰ ਚਲਾ ਗਿਆ। ਘਟਨਾ ਤੋਂ ਬਾਅਦ ਪੁਲਿਸ ਅਤੇ BSF ਦੇ ਜਵਾਨਾਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਲਈ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ DSP ਆਪਰੇਸ਼ਨ ਸੁਖਰਾਜ ਸਿੰਘ ਨੇ ਦੱਸਿਆ ਕਿ BSF ਵੱਲੋਂ ਪਾਕਿਸਤਾਨੀ ਡਰੋਨ ਦੀ ਘੁਸਪੈਠ ਨੂੰ ਦੇਖਦਿਆਂ
करदियां इलाके में तलाशी मुहिम शुरू की गई। फिलहाल कोई भी शक्की चीज़ नहीं मिली। जिक्रयोग है कि इस तो पहला भी पाकिस्तान वाले पासियों ड्रोन राही इलाके में घुसपैठ की कोशिश की जा चुकी है। ਜਿਹੜਾ ਉਹ ਇੱਕ ਡਰੋਨ ਦੇਖਿਆ ਗਿਆ 7:11 ਤੇ ਉੱਥੇ ਜਿਹੜੇ ਸੰਤਰੀ ਸੀ ਉਹ ਬਿਲਕੁਲ ਚੁਕੰਨੇ ਸੀ। ਉਹਨਾਂ ਨੇ ਉੱਤੇ ਫਾਇਰ ਕੀਤਾ ਤੇ ਤਕਰੀਬਨ 10 ਰਾਉਂਡ ਉਹਨਾਂ ਨੇ ਫਾਇਰ ਕੀਤੇ ਤੇ 3 ਇਲੂਮੀਨੇਟਿੰਗ ਰਾਉਂਡ 51 mm ਮੋਟਾਰ ਦੇ ਵੀ ਫਾਇਰ ਹੋਏ ਤੇ ਉਹ ਡਰੋਨ ਉੱਥੋਂ ਹੀ ਵਾਪਸ ਪਰਤ ਗਿਆ ਤੇ ਤਾਰ ਉਹਨੇ ਕ੍ਰੋਸ ਨਹੀਂ ਕੀਤੀ। ਇਹਤਿਆਤ ਦੇ ਤੌਰ ਤੇ ਆਪਾਂ ਤਾਂ ਵੀ ਜੁਆਇੰਟ ਸਰਚ ਉੱਥੇ ਬਾਅਦ 'ਚ ਉਹਦੇ ਕੀਤੀ ਹੈ। आज़ादी का अमृत महोत्सव तहत 75 साल आज़ादी दिहाड़ी ते देशव्यापी जश्नां मौके ब्रह्म कुमारी सुख शांति निवास ਵੱਲੋਂ मोहाली विखे ट्रैफिक जागरूकता प्रोग्राम ਅਤੇ मोटरसाइकिल रैली का आयोजन किया गया। रैली ਨੂੰ मोहाली के सहायक कमिश्नर तरसीम लाल, SP ट्रैफिक जगजीत सिंह, ब्रह्म कुमारी प्रेमलता कविता ते होरनां ने शांति निवास तो झंडी दिखा के रवाना किया। इस तो पहला ट्रैफिक बारे एक जागरूकता प्रोग्राम का आयोजन भी किया गया, जिस विच ब्रह्म कुमारी अदिति ने सुरक्षित ड्राइविंग ਅਤੇ ट्रैफिक नियमां की पालना करने बारे सौं चुकाई। इस मौके ते बुलारियां वल्लों घर ਜਾਂ सड़क ते अनुशासन रखने का एक साझा संदेश दिता गया ਅਤੇ ਨਾਲ ਹੀ ਉਹਨਾਂ ਨੇ ਆਪਣੀ ਅਤੇ ਦੂਜਿਆਂ ਦੀ ਜਾਨ ਬਚਾਉਣ ਲਈ ट्रैफिक नियमां की पालना ਕਰਨ ਦੀ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਕਿਹਾ। आज़ादी का अमृत महोत्सव तहत जिला सिक्ख्या अफसर अमृतसर वालों अज राजा राम मोहन राय के 250वें जन्मदिन को समर्पित महिला सशक्तिकरण जागरूकता रैली का आयोजन किया गया। मुख मेहमान विधानकार कुंवर विजय प्रताप सिंह ने जागरूकता रैली को झंडी दिखा के रवाना किया और समागम की शुरुआत में राजा राम मोहन राय की फोटो से श्रद्धांजलि भेंट की। उन्होंने राजा राम मोहन राय की जीवनी बारे गल करदियां विद्यार्थियों को मेहनत करन, म्यारी सिक्ख्या हासिल करन और देश की सेवा करने लई प्रेरिया। रैली में जिले के 4 सरकारी स्कूलों के विद्यार्थियों ने शिरकत की। विद्यार्थियों वालों हत्थां नाल बनाए पोस्टरां ते बैनरां नाल राजा राम मोहन राय वालों कीते सुधारवादी कामां जिवें कि सती प्रथा का खात्मा, महिला सशक्तिकरण, औरतां विरुद्ध अत्याचार, रूढ़ीवादी रीति रिवाजां का विरोध और कई होर समाजिक बुराइयां बारे प्रचार करदियां लोकां नूं जागरूक किया। जल सप्लाई ਅਤੇ सैनीटेशन कॉन्ट्रैक्ट वर्कर्स यूनियन पंजाब सने समूह सरकारी विभागां 'ਚ ठेके ते काम कर रहे मुलाजम ਆਪਣੀਆਂ ਮੰਗਾਂ ਨੂੰ ਲੈ ਕੇ 2 ਦਿਨਾਂ ਸਮੂਹਿਕ ਛੁੱਟੀ ਤੇ ਚਲੇ ਗਏ ਨੇ ਅਤੇ ਪੰਜਾਬ ਸਰਕਾਰ ਖਿਲਾਫ 15 ਅਤੇ 16 ਨਵੰਬਰ ਨੂੰ ਡਿਵੀਜ਼ਨ ਅਤੇ ਸਬ ਡਿਵੀਜ਼ਨਾਂ ਤੇ ਧਰਨੇ ਦੇ ਰਹੇ ਨੇ। ਜਲ ਸਪਲਾਈ ਅਤੇ ਸੈਨੀਟੇਸ਼ਨ ਕॉन्ट्रैक्ट वर्कर्स यूनियन ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪੰਜੋਲੀ ਨੇ ਕਿਹਾ ਕਿ ਸੰਬੰਧਿਤ ਵਿਭਾਗਾਂ ਵਿੱਚ ਮਰਜ ਕਰਕੇ ਪੱਕਾ ਰੋਜ਼ਗਾਰ ਦਿਵਾਉਣ ਲਈ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ਤੇ ਸੰਘਰਸ਼ ਲਿਖਿਆ ਗਿਆ ਹੈ। ਉਧਰ ਵਿਭਾਗ ਦੇ SGO ਹਰਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਲੋਕਾਂ ਨੂੰ ਪਰੇਸ਼ਾਨੀ ਤੋਂ ਬਚਾਉਣ ਲਈ ਹਰ ਬਦਲਵੇਂ ਪ੍ਰਬੰਧ ਕਰ ਦਿੱਤੇ ਗਏ ਨੇ ਤੇ ਇਹਨਾਂ ਦੀਆਂ ਮੰਗਾਂ ਬਾਰੇ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। केंद्री सूखम, छोटे ते दरमियाने उद्यम मंत्री नारायण राणे ने अज नवी दिल्ली के प्रगति मैदान में भारत अंतरराष्ट्रीय व्यापार मेले सूखम, छोटे और दरमियाने उद्यम के पैविलियन का उद्घाटन किया। पत्रकारों नाल गलबात करदियां राणे ने कहा कि मेले का आयोजन भारतीय उद्यमां नूं उत्साहित करने लई किया गया है। उन्होंने कहा कि व्यापार मेले में 750 स्टॉल लगाए गए ने। MSME के 74% स्टॉल महिलावां वल्लों मुफ्त लगाए गए ने। ओलंपिक तमगा जेतू MC मैरीकॉम, PV सिंधु, मीराबाई चानू और गगन नारंग उन्हां 10 मुख्य खिडारियों में शामिल ने जिन्होंने भारतीय ओलंपिक संघ के एथलीट कमिशन का मैंबर चुनिया गया है। इस संस्था के मैंबर के रूप में 5 मर्द और 5 महिला खिडारियों को बिना मुकाबले चुनिया गया है। इन्हां तों इलावा होर कई ओलंपिक खिडारी भी इस संस्था लई चुने गए हैं। दखन कोरिया एशियाई एयरगन चैंपीयनशिप निशानेबाजी के 10 मीटर एयर राइफल मिक्सड टीम मुकाबले में अर्जुन बाबूता और मेहुली घोष ने सोने के तमगे जीते। फाइनल में उन्होंने अपने ही देश के किरण अंकुश यादव और इलावेनील विलारीवन को हराया। एक होर मुकाबले में दिव्यांश सिंह पंवार और रमिता ने सोने के और कार्तिक सबरीराज रविशंकर और नैन्सी ने चांदी के तमगे जीते। खबरों के बुलेटिन सारे दर्शक RNU DDK जलंधर के YouTube चैनल, Facebook पेज और ट्विटर हैंडल से भी वेख सकते हैं। इस नाल ही खबरों का बुलेटिन खत्म होया। इजाजत दिओ, नमस्कार।